ਇੱਕ ਦਿਨ ਸ਼ੌਕ ਸਮੇਂ ਜਗਦਈ, ਬੈਠਿਆਂ ਵਿੱਚ ਮਸੀਤੀ, ਯਾਰਾਂ ਦਰਦ ਮੰਦਾਂ ਫਰਮਾਇਸ਼, ਨਾਲ ਮੁਹੱਬਤ ਕੀਤੀ। ਸੋਹਣੀ ਤੇ ਮਹਿਵਾਲ ਬਣਾਉ, ਨਾਲ ਉਹਨਾਂ ਜੋ ਬੀਤੀ। ਹਾਸ਼ਮ ਕੌਣ ਕਥਾਉ ਆਹੇ, ਕੀਨੇ ਨਾ ਜ਼ਾਹਿਰ ਕੀਤੀ। ਦੀ ਅਮੀਰ ਵਿਰਾਸਤ। ਮਾਝੇ ਦਾ ਘੁੱਗ ਵਸਦਾ ਪਿੰਡ ਜਗਦੇਵ ਕਲਾਂ ਸੈਯਦ ਹਾਸ਼ਮ ਦੀ ਜਨਮ ਭੂਮੀ ਵੀ ਹੈ ਤੇ ਕਰਮ ਭੂਮੀ ਵੀ, ਜਿੱਥੇ ਹਾਸ਼ਮ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਰਾਹੀਂ ਸਰਾਬੋਰ ਕੀਤਾ। ਜਗਦੇਵ ਕਲਾਂ ਦੀ ਮਿੱਟੀ ਨੂੰ ਹਾਸ਼ਮ ਵਰਗਾ ਦਰਵੇਸ਼ ਸੂਫੀ ਸੰਤ ਤੇ ਮਹਾਨ ਕਿੱਸਾਕਾਰ ਪੈਦਾ ਕਰਨ ਦਾ ਸ਼ਰਫ ਹਾਸਿਲ ਹੈ। ਗੁਰੂ ਰਾਮਦਾਸ ਦੀ ਵਸਾਈ ਪਵਿੱਤਰ ਤੇ ਇਤਿਹਾਸਿਕ ਨਗਰੀ ਅੰਮ੍ਰਿਤਸਰ, ਜਿਸ ਦੇ ਉੱਤਰ ਪੂਰਬ ਵੱਲ 15 ਕਿਲੋਮੀਟਰ ਦੇ ਫਾਸਲੇ ਤੇ 12,000 ਦੀ ਆਬਾਦੀ ਵਾਲਾ ਚੜ੍ਹਦੇ ਪੰਜਾਬ ਦਾ ਇਤਿਹਾਸਿਕ ਪਿੰਡ ਜਗਦੇਵ ਕਲਾਂ ਆਪਣੀ ਬੁੱਕਲ ਵਿੱਚ ਇਤਿਹਾਸ ਦੇ ਕਈ ਸੁਨਹਿਰੀ ਪੰਨੇ ਸਮੋਈ ਬੈਠਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ 5 ਵੱਡੇ ਪਿੰਡਾਂ 'ਚੋਂ ਜਗਦੇਵ ਕਲਾਂ ਅਮੀਰ ਵਿਰਸੇ ਦਾ ਪ੍ਰਤੀਕ ਹੈ। ਜਗਦੇਵ ਕਲਾਂ ਨੂੰ ਪੰਜਾਬੀ ਕਿੱਸਾ ਕਾਵਿ ਦੇ ਸਿਰਮੌਰ ਕਿੱਸਾਕਾਰ ਸੈਯਦ ਹਾਸ਼ਮ ਸ਼ਾਹ ਦਾ ਜੱਦੀ ਪਿੰਡ ਹੋਣ ਦਾ ਮਾਣ ਹਾਸਲ ਹੈ। ਇਹ ਨਗਰ ਜਗਦੇਵ ਹਾਸ਼ਮ ਸ਼ਾਹ ਕਰਕੇ ਵੀ ਜਾਣਿਆ ਜਾਂਦਾ ਹੈ। ਇੱਕ ਦਿਨ ਸ਼ੌਕ ਸਮੇਂ ਜਗਦੇਈ, ਬੈਠਿਆਂ ਵਿੱਚ ਮਸੀਤੀ। ਯਾਰਾਂ ਦਰਦ ਮੰਦਾਂ ਫਰਮਾਇਸ਼, ਨਾਲ ਮੁਹੱਬਤ ਕੀਤੀ। ਸੋਹਣੀ ਤੇ ਮਹੀਵਾਲ ਬਣਾਓ, ਨਾਲ ਉਹਨਾਂ ਜੋ ਬੀਤੀ। ਹਾਸ਼ਮ ਕੌਣ ਕਿਥਾਂ ਆਹੇ, ਕਿਨੇ ਨਾ ਜ਼ਾਹਰ ਕੀਤੀ, ਕਿਨੇ ਨਾ ਜ਼ਾਹਰ ਕੀਤੀ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਪਤਾ ਲੱਗਦਾ ਕਿ ਇਸ ਨਗਰ ਦੀ ਨੀਂਹ ਮੱਧ ਯੁੱਗ ਦੇ ਇੱਕ ਛੋਟੇ ਰਾਜੇ ਜਗਦੇਵ ਨੇ ਰੱਖੀ ਸੀ। ਇਹ ਰਾਜਾ ਗਿੱਲ ਗੋਤਰ ਦਾ ਵਡੇਰਾ ਸੀ। ਰਾਜੇ ਜਗਦੇਵ ਤੇ ਹਿੰਦੋ ਬਾਸੋ ਨਾਂ ਦੇ ਬਾਬਿਆਂ ਦੀਆਂ ਦੰਦ ਕਥਾਵਾਂ ਇਸ ਨਗਰ ਦੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ। ਆਲੇ ਦੁਆਲੇ ਦੇ 14 ਪਿੰਡਾਂ ਦੇ ਗਿੱਲ ਗੋਤਰ ਦਾ ਸਮੂਹ ਇਸ ਨਗਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਜਨਾਲਾ ਤਹਿਸੀਲ ਦਾ ਇਹ ਪ੍ਰਮੁੱਖ ਪਿੰਡ ਹੋਣ ਦੇ ਨਾਲ-ਨਾਲ ਚੇਤਨ ਤੇ ਅਗਾਂਹਵਧੂ ਲੋਕਾਂ ਦਾ ਪਿੰਡ ਵੀ ਹੈ। ਸਮੇਂ ਦੀਆਂ ਇਤਿਹਾਸਿਕ ਲਹਿਰਾਂ ਵਿੱਚ ਇਸ ਪਿੰਡ ਦੀ ਭੂਮਿਕਾ ਹਮੇਸ਼ਾ ਆਗੂ ਵਾਲੀ ਰਹੀ ਹੈ। ਭਾਵੇਂ ਆਜ਼ਾਦੀ ਦੀ ਲੜਾਈ ਲਈ ਲੜਿਆ ਗਿਆ ਘੋਲ ਹੋਏ ਜਾਂ ਫਿਰ ਕਿਸਾਨੀ ਲਈ ਲੱਗਿਆ ਇਤਿਹਾਸਿਕ ਮੋਗਾ ਮੋਰਚਾ ਹੋਏ, ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ 1922 'ਚ ਲੱਗਿਆ ਗੁਰੂ ਕੇ ਬਾਗ ਦਾ ਮੋਰਚਾ ਹੋਏ ਜਾਂ ਫਿਰ ਪਹਿਲਾ ਜਾਂ ਦੂਸਰਾ ਵਿਸ਼ਵ ਯੁੱਧ, ਹਰੇਕ ਮੋਰਚੇ ਤੇ ਇਸ ਨਗਰ ਦੇ ਨਿਵਾਸੀਆਂ ਨੇ ਆਪਣੀ ਚੇਤਨ ਬੁੱਧੀ ਤੇ ਸੂਰਵੀਰਤਾ ਦਾ ਸਬੂਤ ਦਿੱਤਾ। ਹਾਸ਼ਮ ਦੇ ਸਾਹਿਤਕ ਵਿਰਸੇ ਨੂੰ ਨਾਵਲਕਾਰ ਰਾਜ ਗਿੱਲ, ਕਹਾਣੀਕਾਰ ਮੁਖਤਾਰ ਗਿੱਲ ਨੇ ਅਗਾਂਹ ਤੋਰਿਆ। ਇਸ ਪਿੰਡ ਦੇ ਸੁਨਹਿਰੀ ਸਮਿਆਂ ਦੀ ਇੱਕ ਯਾਦ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਪਿੰਡ ਦੀ ਬੀਬੀ ਗੁਲਾਬ ਕੌਰ ਨੂੰ ਵਿਆਹੁਣ ਆਉਣ ਨਾਲ ਵੀ ਜੁੜੀ ਹੋਈ ਹੈ। ਸਮੁੱਚੇ ਇਲਾਕੇ ਦਾ ਵਿਰਸਾ ਵੀ ਬਹੁਤ ਅਮੀਰ ਹੈ। ਇਸ ਪਿੰਡ ਦੇ ਆਸ-ਪਾਸ ਝਾਤੀ ਮਾਰੀਏ ਤਾਂ 5 ਮੀਲ ਦੀ ਵਿੱਥ ਤੇ ਵਡਾਲਾ ਵੀਰਮ ਜੰਗ ਨਾਮਾਂ ਦੇ ਲੇਖਕ ਸ਼ਾਹ ਮੁਹੰਮਦ ਦਾ ਪਿੰਡ ਹੈ। ਨਾਲ ਲੱਗਦਾ ਕੋਟਲਾ ਸੁਲਤਾਨ ਸਿੰਘ ਸੁਰਦੇ ਸੁਲਤਾਨ ਮੁਹੰਮਦ ਰਫੀ ਦਾ ਜਨਮ ਅਸਥਾਨ। ਪ੍ਰਸਿੱਧ ਗਦਰੀ ਦੇਸ਼ ਭਗਤ
ਬਾਬਾ ਸੋਹਣ ਸਿੰਘ ਭਕਨਾ ਦਾ ਨਾਨਕਾ ਪਿੰਡ ਤੇ ਜਨਮ ਭੂਮੀ ਖਤਰਾਏ ਕਲਾਂ ਇੱਥੋਂ ਮਸਾਂ 3 ਕੋਹ ਤੇ ਹੈ। ਆਜ਼ਾਦੀ ਘੁਲਾਟੀਏ ਤੇ ਜੁਝਾਰੂ ਆਗੂ ਸੋਹਣ ਸਿੰਘ ਜੋਸ਼ ਇਸ ਪਿੰਡ ਦੇ ਇੱਕ ਹਿੱਸੇ ਚੇਤਨਪੁਰੇ ਦੀ ਮਿੱਟੀ ਦੇ ਜਾਏ ਸਨ। ਪੰਜਾਬੀ ਮਾਂ ਬੋਲੀ ਨੂੰ ਵਾਰਤਕ ਨਾਲ ਨਿਖਾਰਨ ਵਾਲਾ ਜਗਤ ਪ੍ਰਸਿੱਧ ਗੁਰਬਖਸ਼ ਸਿੰਘ ਪ੍ਰੀਤਲੜੀ ਇਸੇ ਇਲਾਕੇ ਦੀ ਵਿਰਾਸਤ ਦਾ ਇੱਕ ਹੀਰਾ ਹੈ। ਕਿੱਸਾ ਸੱਸੀ ਪੁੰਨੂ ਹਾਸ਼ਮ ਦੀ ਸ਼ਾਹਕਾਰ ਰਚਨਾ ਹੈ। ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ, ਆਸ਼ਕ ਵੇਖ ਬਹੇ ਇੱਕ ਵਾਰੀ, ਜਿਉ ਤਿਨਾ ਪਰਵਾਰ, ਮਾਰੂ ਰੇਤ ਤਪੇ ਵਿੱਚ ਥਲ ਦੇ, ਪੁੰਨਣ ਜੋਂ ਪਠਿਆਰ, ਹਾਸ਼ਮ ਵੇਖ ਯਕੀਨ ਸੱਸੀ ਦਾ, ਹਾਸ਼ਮ ਵੇਖ ਯਕੀਨ ਸੱਸੀ ਦਾ, ਸਿਦਕੋਂ ਮੂਲ ਨਹਾਰ। ਇਸ ਤੋਂ ਇਲਾਵਾ ਹਾਸ਼ਮ ਨੇ ਜੋ ਕੁਝ ਲਿਖਿਆ ਉਹ ਬਹੁਤ ਹੀ ਸੰਖੇਪ ਤੇ ਭਾਵਪੂਰਤ ਹੈ। ਹਾਸ਼ਮ ਦੀ ਕਿੱਸਾਕਾਰੀ ਵਿੱਚ ਕਿੱਸਾ ਸੱਸੀ ਪੁੰਨੂ, ਕਿੱਸਾ ਸੋਹਣੀ ਮਹਿਵਾਲ, ਹੀਰ ਰਾਂਝੇ ਦੀ ਬਿਰਤੀ, ਸ਼ੀਰੀਂ ਫਰਹਾਦ ਦੀ ਵਾਰਤਾ, ਕਿੱਸਾ ਮਹਿਮੂਦ ਸ਼ਾਹ ਗਜ਼ਨਬੀ, ਗੰਜੇ ਇਸਰਾਰ, ਸਿਹਰਫੀਆਂ ਤੇ ਗਜ਼ਲਾਂ, ਦੋੜੇ, ਹੁਸਨ, ਇਸ਼ਕ, ਰੱਬ, ਮੌਤ, ਮਹਿਬੂਬ, ਮਹਿਬੂਬ ਦੀਆਂ ਜ਼ੁਲਫਾਂ ਵਰਗੇ ਅਲੰਕਾਰਾਂ ਨਾਲ ਲਵਰੇਜ਼ ਨੇ। ਡਿਓਡਾ ਦੀ ਗਿਣਤੀ 7 ਹੈ। ਸਿਹਰਫੀ ਪੀਰ ਅਬਦੁਲ ਕਾਦਰ ਜਿਲਾਨੀ ਦੀ ਸਿਫਤ ਸਲਾਹ ਵਿੱਚ 5 ਮਿਲਦੀਆਂ। ਟੀਕਾ 5 ਗ੍ਰੰਥੀ ਗੁਰਬਾਣੀ ਤੇ ਮਹਾ ਸਿੰਘ ਦੀ ਵਾਰ, ਕਾਫੀਆਂ, 12 ਮਾਹ, ਕਿੱਸਾ ਲੈਲਾ ਮਜਨੂ ਵੀ ਇਤਿਹਾਸਕਾਰਾਂ ਨੇ ਹਾਸ਼ਮ ਵੱਲੋਂ ਲਿਖਿਆ ਗਿਆ ਕਿਹਾ ਹੈ, ਪਰ ਇਹ ਉਪਲਬਧ ਨਹੀਂ ਹੈ। ਪੰਜਾਬੀ ਤੋਂ ਇਲਾਵਾ ਹਾਸ਼ਮ ਨੇ ਹਿੰਦੀ, ਉਰਦੂ, ਅਰਬੀ ਤੇ ਫਾਰਸੀ ਵਿੱਚ ਵੀ ਚੋਖੀ ਰਚਨਾ ਕੀਤੀ ਹੈ। ਪ੍ਰਸਿੱਧ ਇਤਿਹਾਸਕਾਰਾਂ ਨੇ ਹਾਸ਼ਮ ਦੀਆਂ ਰਚਨਾਵਾਂ ਬਾਰੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ। ਹਾਸ਼ਮ ਦੇ ਸਮਕਾਲੀ ਅਹਿਮਦ ਯਾਰ ਨੇ ਇਹ ਮੰਨਿਆ ਕਿ ਵਾਰਿਸ ਦਾ ਕਿੱਸਾ ਹੀਰ ਵੀ ਸਾਹਿਤਕ ਪੱਖੋਂ ਹਾਸ਼ਮ ਦੇ ਕਿੱਸੇ ਸੱਸੀ ਪੁੰਨੂ ਨਾਲੋਂ ਉੱਚਾ ਨਹੀਂ ਹੈ। ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ ਗਿਣਤਰ ਵਿੱਚ ਨਾ ਆਵੇ, ਦੁਰ ਯਤੀਮ ਜਵਾਹਰ ਲੜੀਆਂ ਜ਼ਾਹਰ ਕੱਢ ਲੁਟਾਵੇ, ਬੈਂਤ ਤਰਾਜ਼ੂ ਤੋਲ ਬਣਾਇਓਸ ਸਾਰੇ ਲੱਜ਼ਤ ਵਾਲੇ, ਕਲੀਆਂ ਚੁਣ ਚੁਣ ਹਾਰ ਪਰੋਤਿਓਸ ਨਰਗਿਸ ਤੇ ਗੁੱਲ ਲਾਲੇ। ਇੱਕੋ ਬੂਟਾ ਇੱਕੋ ਲਜ਼ਤ, ਇੱਕੋ ਪਤਾ ਨਿਸ਼ਾਨੀ, ਉਸੀ ਬੂਟਿਓਂ ਫੁੱਲ ਮਜ਼ਾਜੀ, ਉਸੀ ਬੂਟਿਓਂ ਫੁੱਲ ਮਜ਼ਾਜੀ, ਤੇ ਮੇਵਾ ਇਸ਼ਕ ਹਕਾਨੀ, ਤੇ ਮੇਵਾ ਇਸ਼ਕ ਹਕਾਨੀ। ਮੌਲਾ ਬਖਸ਼ ਕੁਸ਼ਤਾ ਨੇ ਹਾਸ਼ਮ ਨੂੰ ਦਰਦ ਦੇ ਪੱਖ ਤੋਂ ਵਾਰਿਸ ਨਾਲੋਂ ਕਿਤੇ ਉੱਚਾ ਕਵੀ ਗਰਦਾਨਿਆ। ਬਾਬਾ ਬੁੱਧ ਸਿੰਘ ਨੇ ਕਿਹਾ ਕਿ ਹਾਸ਼ਮ ਨੇ ਸੱਸੀ ਕਾਦੀ ਲਿਖੀ, ਘਰ ਘਰ ਬਿਰਹੋਂ ਦਾ ਮੁਆਤਾ ਲਾ ਦਿੱਤਾ। ਡਾਕਟਰ ਹਰਨਾਮ ਸਿੰਘ ਸ਼ਾਨ ਅਨੁਸਾਰ ਸੱਸੀ ਪੁੰਨੂ ਦੇ ਕਿੱਸੇ ਵਿੱਚ ਸੱਸੀ ਦਾ ਵਰਣਨ ਵਾਰਿਸ ਦੇ ਹੀਰ ਦੇ ਚਿਤਰਨ ਨੂੰ ਵੀ ਮਾਤ ਪਾ ਗਿਆ। ਪਿਆਰਾ ਸਿੰਘ ਪਦਮ ਅਨੁਸਾਰ ਹਾਸ਼ਮ ਦੇ ਸ਼ੇਰਾਂ ਵਿੱਚ ਉਸ ਦੇ ਆਪਣੇ ਲਹੂ ਦਾ ਰੰਗ ਹੈ। ਡਾਕਟਰ ਸੁਰਿੰਦਰ ਸਿੰਘ ਕੋਹਲੀ
ਜਿੱਥੇ ਵਾਰਿਸ ਦੀ ਹੀਰ ਨੂੰ ਕਿੱਸਿਆਂ ਦਾ ਸਰਦਾਰ ਕਹਿੰਦੇ ਨੇ, ਉੱਥੇ ਹਾਸ਼ਮ ਦੀ ਸੱਸੀ ਨੂੰ ਵਲਵਲੇ ਤੇ ਸੋਜ਼ ਨਾਲ ਭਰੀ ਆਪਣੀ ਕਿਸਮ ਦੀਆਂ ਰਚਨਾਵਾਂ ਵਿੱਚੋਂ ਸਭ ਤੋਂ ਸਿਰ ਕੱਢ ਮੰਨਦੇ ਹੈ। ਡਾਕਟਰ ਗੋਪਾਲ ਸਿੰਘ ਦਰਦੀ ਹਾਸ਼ਮ ਦੇ ਬਿਆਨ ਨੂੰ ਚੁਸਤੀ ਤੇ ਤਾਜ਼ਗੀ ਭਰਿਆ ਮੰਨਦੇ ਹੈ। ਡਾਕਟਰ ਦੀਵਾਨ ਸਿੰਘ ਹਾਸ਼ਮ ਦੀ ਸੱਸੀ ਨੂੰ ਸ਼ਾਹਕਾਰ ਰਚਨਾ ਮੰਨਦੇ ਹੈ। ਉੱਘੇ ਸਾਹਿਤਕਾਰ ਤੇ ਵਿਦਵਾਨ ਡਾਕਟਰ ਹਰਨਾਮ ਸਿੰਘ ਸ਼ਾਨ, ਜਿਨ੍ਹਾਂ ਨੇ ਹਾਸ਼ਮ ਦੀਆਂ ਰਚਨਾਵਾਂ ਤੇ ਜੀਵਨ ਨੂੰ ਬਾਰੀਕੀ ਨਾਲ ਘੋਖਿਆ, ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦੇ ਨੇ ਕਿ ਪੰਜਾਬੀ ਜਿਹੜੀ ਸਭ ਤੋਂ ਵਧੀਆ ਸੀ, ਜਿਵੇਂ ਹੀਰ, ਵਾਰਿਸ ਸ਼ਾਹ ਦੀ ਹੀਰ ਰਾਜਾ ਕੋ, ਮੈਂ ਮੇਰੇ ਕੋਲ ਕੋਈ ਪੰਜਾਬ ਕੋਈ ਕਿਸੇ ਹੋਦੇ ਨਹੀਂ ਹੀਰਾਂ ਦੇ ਸਭ ਤੋਂ ਵਧੀਆ ਵਾਰਿਸ ਸ਼ਾਹ ਦੀ ਹੈ। ਇਸ ਤੇ ਸਭ ਤੋਂ ਵਧੀਆ ਸਤੀਪੁਰ ਦਾ ਕਿੱਸਾ ਹਾਸ਼ਮ ਸ਼ਾਹ ਦਾ। ਸੋ ਫਿਰ ਮੈਂ ਹਾਸ਼ਮ ਨੂੰ ਲੈ ਕੇ ਉਹਦੇ ਜੀਵਨ, ਉਹਦੀ ਰਚਨਾ, ਉਹਦੇ ਸੁਭਾਅ, ਉਹਦੀ ਸ਼ਖਸੀਅਤ, ਉਹਦਾ ਜੋ ਕੁਝ ਕੰਮ ਕੀਤਾ ਬਾਰੇ ਜੋ ਇਨਫੋਰਮੇਸ਼ਨ ਮੈਂ ਇਕੱਠੀ ਕੀਤੀ ਉਹ ਇਹਦੇ 'ਚ ਪਾ ਦਿੱਤੀ। ਪ੍ਰਸਿੱਧ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਹਾਸ਼ਮ ਸ਼ਾਹ ਦੀ ਸਮੁੱਚੀ ਰਚਨਾ ਦੀ ਸ਼ੈਲੀ ਬਾਰੇ ਗੱਲ ਕਰਦਿਆਂ ਜਦੋਂ ਵਾਰਿਸ ਸ਼ਾਹ ਨਾਲ ਹਾਸ਼ਮ ਦੀ ਤੁਲਨਾ ਕਰਦੇ ਆ ਤਾਂ ਇਸ ਤਰ੍ਹਾਂ ਕਹਿੰਦੇ ਆ, ਹਾਸ਼ਮ ਪੰਜਾਬੀ ਦਾ ਬਹੁਤ ਉੱਚ ਕੋਟੀ ਦਾ ਕਵੀ ਸੀ। ਮੈਨੂੰ ਇਹ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਕਿ ਮੇਰੇ ਐਂਗਲ ਤੋਂ ਜਾਂ ਮੇਰੀ ਦ੍ਰਿਸ਼ਟੀ ਤੋਂ ਉਹ ਵਾਰਿਸ ਸ਼ਾਹ ਨਾਲੋਂ ਵੀ ਵੱਡਾ ਸੀ। ਬੜੀ ਕੁੱਟ ਪੈ ਸਕਦੀ ਹੈ ਮੈਨੂੰ ਵਾਰਿਸ ਸ਼ਾਹ ਦੇ ਜਿਹੜੇ ਮਤਾਂ ਨੇ ਉਹਨਾਂ ਕੋਲੋਂ, ਲੇਕਿਨ ਮੈਂ ਆਪਣੀ ਗੱਲ ਕਹਿਣੋਂ ਰਹਿ ਨਹੀਂ ਸਕਦਾ। ਮੈਂ ਇੱਕ ਮੋਟੀ ਜਿਹੀ ਗੱਲ ਕਰਦਾ। ਹੁਸਨ ਦਾ ਬਿਆਨ ਕੀਤਾ, ਵਾਰਿਸ ਸ਼ਾਹ ਨੇ ਹੀਰ ਦੇ ਹੁਸਨ ਦਾ ਬਿਆਨ ਕੀਤਾ ਤੇ ਹਾਸ਼ਮ ਨੇ ਸੱਸੀ ਦੇ ਹੁਸਨ ਦਾ ਬਿਆਨ ਕੀਤਾ। ਵਾਰਿਸ ਸ਼ਾਹ ਹੀਰ ਦੇ ਹੁਸਨ ਦੇ ਬਿਆਨ ਦੇ ਵਿੱਚ ਜ਼ਿਆਦਾ ਜ਼ੋਰ ਉਹਦਾ ਇਸੇ ਗੱਲ ਤੇ ਰਿਹਾ, ਗਰਦਨ ਕੂੰਜਦੀ ਉਂਗਲੀਆਂ ਰਵਾਂ ਫੜੀਆਂ, ਗਰਦਨ ਕੂੰਜਦੀ ਉਂਗਲੀਆਂ ਰਵਾਂ ਫੜੀਆਂ, ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ, ਮੈਨੂੰ ਨਹੀਂ ਹੁਣ ਯਾਦ ਉਹਦੇ ਲਫ਼ਜ਼, ਪਰ ਉਹ ਸਾਰਾ ਜਿਹੜਾ ਖੂਬਸੂਰਤੀ ਦਾ ਬਿਆਨ ਹੈ ਨਾ, ਉਹ ਇਸ਼ਕ ਮਜਾਜ਼ੀ ਵਾਲਾ ਹੈ, ਇਸ਼ਕ ਹਕੀਕੀ ਵਾਲਾ ਨਹੀਂ। ਲੇਕਿਨ ਹਾਸ਼ਮ ਦੇ ਵਿੱਚ ਇਹ ਸਿਫਤ ਸੀ, ਹਾਸ਼ਮ ਨੇ ਐਡਾ ਵੱਡਾ ਬੈਂਤ ਵੀ ਨਹੀਂ ਲੱਭਿਆ। ਵਾਰਿਸ ਸ਼ਾਹ ਜਿਹੜਾ ਵਾਰਿਸ ਸ਼ਾਹ ਦੀ ਸਾਰੀ ਹੀਰ ਬੈਂਤਾਂ 'ਚ ਲਿਖੀ ਹੋਈ ਹੈ ਨਾ, ਹਾਸ਼ਮ ਨੇ ਡਿਓਡ ਲਿਖਿਆ। ਡਿਓਡ ਦੀ ਜਿਹੜੀ ਹੁੰਦੀ ਹੈ ਨਾ ਚਾਲ, ਉਹ ਬਿਲਕੁਲ ਵੱਖਰੀ ਹੁੰਦੀ ਹੈ। ਉਸ ਡਿਓਡ ਵਿੱਚ ਉਹ ਕਹਿੰਦਾ, ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਬਾਲੂ ਰੇਤ ਤਪੇ ਵਿੱਚ ਥਲਦੇ ਜਿਉਂ ਜੌਂ ਭੁੰਨਣ ਪਠਿਆਰੇ। ਬਾਲੂ ਰੇਤ, ਬਾਲੂ ਵੀ ਰੇਤ ਹੈ ਤੇ ਰੇਤ ਵੀ ਰੇਤ ਹੈ, ਉਹਦਾ ਫਿਰ ਐਂਕਸਲ ਦੇਣ ਲਈ ਰੱਖਿਆ ਨਾ। ਬਾਲੂ ਰੇਤ ਤਪੇ ਵਿੱਚ ਥਲਦੇ ਜਿਉਂ ਜੌਂ ਭੁੰਨਣ ਪਠਿਆਰੇ, ਸੂਰਜ ਭੱਜ ਵੜਿਆ ਵਿੱਚ ਬੱਦਲੀ ਡਰਦਾ ਲਿਸ਼ਕ ਨਾ ਮਾਰੇ। ਵੀ ਇੰਨੀ ਉਹਦਾ ਹੁਸਨ ਸੀ ਨਾ, ਸੂਰਜ ਆਪਣੇ ਬੱਦਲਾਂ ਵਿੱਚ ਵੜ ਗਿਆ ਜਾ ਕੇ, ਉਹ ਲਿਸ਼ਕ ਨਹੀਂ ਸੀ ਮਾਰ ਰਿਹਾ। ਇਹ ਬਿਆਨ ਜਿਹੜਾ ਨਾ ਖੂਬਸੂਰਤੀ ਦਾ, ਵਾਰਿਸ ਸ਼ਾਹ 'ਚ ਨਹੀਂ ਆ ਸਕਿਆ। ਮੈਂ ਮਾਫ਼ ਕਰਨਾ ਮੈਨੂੰ, ਮੈਂ ਵੀ ਵਾਰਿਸ ਸ਼ਾਹ ਦਾ ਬਹੁਤ ਮਤਾਂ ਹੈ, ਮੈਨੂੰ ਵਾਰਿਸ ਸ਼ਾਹ ਦੀ ਇਹ ਗੱਲ ਬਹੁਤ ਅੱਛੀ ਲੱਗਦੀ ਹੈ। ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁਰ ਖਾਈਏ, ਜੀ ਬੜੀ ਕਮਾਲ ਦੀ ਗੱਲ ਹੈ। ਲੇਕਿਨ ਜਿੱਥੇ ਬਿਆਨ ਦੀ ਗੱਲ ਆਉਂਦੀ ਹੈ ਉੱਥੇ ਹਾਸ਼ਮ ਸਭ ਤੋਂ ਉੱਤੇ ਹੈ। ਆਸ਼ਿਕ ਆਖ ਦੇਖਾਂ ਕਿਸ ਖਾਤਰ, ਨਿਤ ਚਰਬੀ ਮਾਸ ਸੁਕਾਵਣ, ਚੌਹਣ ਹਰਫ ਹਿਜਰ ਦਾ ਲਿਖਿਆ, ਉਹ ਕਾਗਜ਼ ਸਾਫ ਬਣਾਵਣ, ਰੁਕ ਰੁਕ ਸੂਤ ਪਵੇ ਮਿਸਤਰ ਦਾ, ਅਤੇ ਸਾਬਤ ਕਲਮ ਚਲਾਵਣ, ਹਾਸ਼ਮ ਆਸ਼ਕੇ ਇਸ ਕਿਤਾਬੋ, ਹਾਸ਼ਮ ਆਸ਼ਕੇ ਇਸ ਕਿਤਾਬੋ, ਨਿਤ ਸਮਝ ਸਲੋਕ ਕਮਾਵਣ, ਨਿਤ ਸਮਝ ਸਲੋਕ ਕਮਾਵਣ। ਨਾਮਵਰ ਆਲੋਚਕ
ਡਾਕਟਰ ਬਿਕਰਮ ਸਿੰਘ ਘੁੰਮਣ ਨੇ ਹਾਸ਼ਮ ਦੀ ਸੂਫੀ ਰਚਨਾ ਦੋੜਿਆਂ ਬਾਰੇ ਚਰਚਾ ਇਸ ਤਰ੍ਹਾਂ ਕੀਤੀ। ਹਾਸ਼ਮ ਮੱਧਕਾਲ ਦਾ ਸਰਮੌਰ ਕਵੀ ਹੈ। ਉਹ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਹੋਇਆ। ਇਸ ਬਾਰੇ ਵੀ ਬਹੁਤ ਵਿਦਵਾਨਾਂ ਦਾ ਵਿਚਾਰ ਹੈ ਕਿ ਹਾਸ਼ਮ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਸੀ। ਹਾਸ਼ਮ ਇੱਕ ਕਿੱਸਾਕਾਰ ਵੀ ਸੀ। ਹਾਸ਼ਮ ਇੱਕ ਹਕੀਮ ਵੀ ਸੀ। ਹਾਸ਼ਮ ਇੱਕ ਸੂਫੀ ਕਵੀ ਸੀ। ਹਾਸ਼ਮ ਦੇ ਕਿੱਸੇ ਸੱਸੀ, ਸੋਹਣੀ, ਛੇੜੀ ਬਹੁਤ ਹੀ ਪੰਜਾਬੀ ਜਗਤ ਵਿੱਚ ਮਕਬੂਲ ਹੋਏ ਨੇ। ਜਿੱਥੇ ਇਤਿਹਾਸਕ ਪੱਖ ਤੋਂ ਸ਼ੀਰੀ ਫਰਿਆਦ ਦੀ ਬਹੁਤ ਮਹੱਤਤਾ ਹੈ, ਉੱਥੇ ਰੋਮਾਂਸਕ ਪੱਖ ਤੋਂ ਸੋਹਣੀ ਅਤੇ ਸੱਸੀ ਜਿਹੜੀ ਹੈਗੀ ਆ ਸਰਮੌਰ ਰਚਨਾਵਾਂ ਨੇ। ਔਰ ਹਾਸ਼ਮ ਵਰਗੀ ਜੋ ਬਿਰਹਾ ਉਹਨੇ ਸੱਸੀ ਵਿੱਚ ਪੇਸ਼ ਕੀਤਾ ਹਾਸ਼ਮ ਨੇ, ਉਸ ਤਰ੍ਹਾਂ ਦੀ ਕੋਈ ਸੱਸੀ ਨਹੀਂ ਅਜੇ ਤੱਕ ਲਿਖੀ ਗਈ। ਹਾਸ਼ਮ ਇੱਕ ਐਸਾ ਕਵੀ ਹੈ ਜਿਹੜਾ ਕਿ ਸੂਤਰਕ ਸ਼ੈਲੀ ਵਿੱਚ ਆਪਣੀ ਗੱਲ ਕਰਦਾ ਹੈ। ਬਹੁਤ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਸੰਖੇਪ ਔਰ ਬਹੁਤ ਡੂੰਘੀ ਗੱਲ ਜਿਹੜੀ ਉਹ ਕਰ ਜਾਂਦਾ ਹੈ। ਉਹਦੀ ਭਾਵੇਂ ਉਹ ਸੂਫੀ ਕਵਿਤਾ ਹੈਗੀ ਆ ਦੋੜਿਆਂ ਦੇ ਰੂਪ ਵਿੱਚ, ਭਾਵੇਂ ਉਹਦੇ ਕਿੱਸੇ ਨੇ, ਉਹਦੇ ਵਿੱਚ ਇਸ਼ਕ ਅਤੇ ਹੁਸਨ ਦੀ ਗੱਲ ਜਿਹੜੀ ਹੈ ਉਹ ਬਹੁਤ ਭਾਵਪੂਰਨ ਤਰੀਕੇ ਨਾਲ ਪੇਸ਼ ਹੋਈ ਆ। ਉਹਦੀ ਕਵਿਤਾ ਦੇ ਵਿੱਚ ਰਮਜ਼ਾਂ ਨੇ ਔਰ ਰੱਬ ਨਾਲ ਇੱਕ ਸੁਰ ਹੋਣ ਦੀ ਗੱਲ ਹੈ। ਔਰ ਹਾਸ਼ਮ ਜਿਹੜਾ ਹੈਗਾ ਉਹ ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜੀ ਨੂੰ ਇੱਕੋ ਰੁੱਖ ਦੇ ਪੱਤੇ ਮੰਨਦਾ ਕਿ ਇੱਕ ਇਸ਼ਕ ਮਜ਼ਾਜੀ ਜਿਹੜਾ ਹੈਗਾ ਉਹ ਪਹਿਲਾਂ ਹੈ, ਉਸ ਤੋਂ ਬਾਅਦ ਹੀ ਅਗਲਾ ਪੜਾਅ ਜਿਹੜਾ ਇਸ਼ਕ ਹਕੀਕੀ ਦਾ ਹੈ। ਰੱਬ ਦਾ ਆਸ਼ਿਕ ਹੋਣ ਸੌਖਾਲਾ, ਇਹ ਬਹੁਤ ਸੌਖਾਲੀ ਬਾਜ਼ੀ। ਗੋਸ਼ਾ ਪਕੜ ਰਹੇ ਹੋ ਸਾਬਰ, ਫੜ ਤਸਬੀਹ ਬਣੇ ਨਮਾਜ਼ੀ। ਸੁਖ ਆਰਾਮ ਜਗਤ ਵਿੱਚ ਸੋਭਾ, ਅਤੇ ਦੇਖ ਹੋਵੇ ਜਗ ਰਾਜ਼ੀ। ਹਾਸ਼ਮ ਖਾਕ ਰੁਲਾਵੇ ਗਲੀਆਂ, ਏ ਕਾਫਰ ਇਸ਼ਕ ਮਜ਼ਾਜੀ। ਪਿੰਡ ਦੇ ਐਨ ਵਿਚਕਾਰ ਹਾਸ਼ਮ ਦੇ ਵਾਲਿਦ ਹਾਜੀ ਮੁਹੰਮਦ ਸ਼ਾਹ ਜੀ ਦਾ ਮਕਬਰਾ ਸਥਿਤ ਹੈ। ਇਹ ਥਾਂ ਬਾਬਾ ਹਾਜੀ ਦੀ ਖਾਨਗਾਹ ਕਰਕੇ ਜਾਣੀ ਜਾਂਦੀ ਹੈ। ਪਿੰਡ ਦੇ ਲੋਕਾਂ ਦੀ ਇਸ ਪਵਿੱਤਰ ਜਗ੍ਹਾ ਵਿੱਚ ਅਥਾਹ ਸ਼ਰਧਾ ਹੈ। ਹਰ ਵੀਰਵਾਰ ਚਿਰਾਗ ਜਲਾ ਕੇ ਲੋਕ ਬਾਬੇ ਹਾਜੀ ਦੀ ਦਰਗਾਹ ਤੇ ਸਜਦਾ ਕਰਦੇ ਨੇ। ਬੱਚੇ ਆਪਣੇ ਮਨ ਦੀ ਸੱਚਾਈ ਜ਼ਾਹਿਰ ਕਰਨ ਲਈ ਬਾਬੇ ਹਾਜੀ ਦੀ ਸਹੁੰ ਖਾਂਦੇ ਹੈ। ਵਿਦੇਸ਼ੀ ਬੈਠੇ ਜਗਦੇਵ ਕਲਾ ਨਿਵਾਸੀ ਪਰਿਵਾਰਾਂ ਦੀ ਖੁਸ਼ਹਾਲੀ ਤੇ ਆਪਸੀ ਵਿਵਾਦਾਂ ਦੇ ਨਿਪਟਾਰੇ ਲਈ ਬਾਬੇ ਹਾਜੀ ਨੂੰ ਯਾਦ ਕਰਕੇ ਆਪਣੀਆਂ ਮੁਸ਼ਕਲਾਂ ਆਸਾਨ ਕਰ ਲੈਂਦੇ ਨੇ। ਰਾਤ ਪਈ ਬੈ ਪਾਸ ਪੁੰਨੂ ਦੇ, ਜੀਬ ਮਿੱਠੀ ਦਿਲ ਕਾਲੇ। ਹੋਤ ਪੁੰਨੂ ਦੀ ਮੌਤ ਸਸੀ ਦੇ, ਪਰ ਪਰ ਦੇਣ ਪਿਆਲੇ। ਹੋ ਗਈ ਸਾਰ ਇਸ਼ਕ ਦੀ ਜਾਮਣ, ਊਠ ਚਰਾਵਣ ਵਾਲੇ। ਹਾਸ਼ਮ ਦੋਸ਼ ਨਹੀਂ ਕਰਵਾਨਾ, इश्क कई कर गाले। ਪਿੰਡ ਦੇ ਲਹਿੰਦੇ ਪਾਸੇ ਫਕੀਰਾਂ ਵਾਲਾ ਖੂਹ ਹਾਸ਼ਮ ਸ਼ਾਹ ਦੇ ਸੂਫੀ ਫਕੀਰ ਹੋਣ ਦੀ ਗਵਾਹੀ ਭਰਦਾ ਹੈ। ਹਾਸ਼ਮ ਸ਼ਾਹ ਦੀ ਵਾਲਿਦਾ ਦੀ ਕਬਰ ਵੀ ਇਸ ਖੂਹ ਨੇੜੇ ਸਥਿਤ ਹੈ। ਇਸ ਖੂਹ ਦੇ ਆਲੇ ਦੁਆਲੇ ਦੀ ਜ਼ਮੀਨ ਕਿਸੇ ਸਮੇਂ ਹਾਸ਼ਮ ਦੀ ਜਗੀਰ ਹੋਇਆ ਕਰਦੀ ਸੀ। ਇਸ ਦਾ ਵੇਰਵਾ ਮਾਲ ਮਹਿਕਮੇ ਦੇ ਰਿਕਾਰਡ ਖਸਰਾ ਖਤੌਨੀ ਸਮੇਤ ਪ੍ਰਸਿੱਧ ਇਤਿਹਾਸਕਾਰ ਡਾਕਟਰ ਹਰਨਾਮ ਸਿੰਘ ਸ਼ਾਨ ਦੀ ਪੁਸਤਕ ਸੱਸੀ ਹਾਸ਼ਮ 'ਚ ਦਰਜ ਹੈ। ਬਾਬਾ ਈਸ਼ਰ ਸਿੰਘ ਦੀ ਮੌਜੂਦਾ ਹਵੇਲੀ ਵਾਲੀ ਥਾਂ ਕਦੇ ਹਾਸ਼ਮ ਦੀ ਅਟਾਰੀ ਹੋਇਆ ਕਰਦੀ ਸੀ। ਖਸਤਾ ਹਾਲ 2 ਮੰਜ਼ਿਲਾ ਅਟਾਰੀ ਢਹਿੰਦੀ ਢਹਿੰਦੀ ਢਹਿ ਗਈ ਤੇ ਆਪਣੀ ਹੋਂਦ ਗਵਾ ਬੈਠੀ।
ਪਿੰਡ ਵਿੱਚ ਹਿੰਦੋ ਬਾਸੋ ਕੀ ਪੱਤੀ ਦਾ ਗੁਰਦੁਆਰਾ ਤੇ ਇਸ ਦੀ ਹੱਦ ਦੇ ਨਾਲ ਲੱਗਦਾ ਦੇਵੀ ਦਵਾਰਾ ਤੇ ਗਲੀ ਦੇ ਪਾਰ ਬਾਬੇ ਹਾਜੀ ਦੀ ਖਾਨਗਾਹ ਇਸ ਪਿੰਡ ਦੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਇਲਾਕੇ ਦੀ ਅਮੀਰ ਵਿਰਾਸਤ ਨੂੰ ਨਤਮਸਤਕ ਹੁੰਦਿਆਂ ਜਗਦੇਵ ਕਲਾਂ ਦੇ ਜੰਪਲ ਤੇ ਇੰਗਲੈਂਡ ਦੀ ਧਰਤੀ ਤੇ ਜਾ ਵਸੇ ਸਰਦਾਰ ਹਰਭਜਨ ਸਿੰਘ ਗਿੱਲ ਨੇ ਵਿਰਾਸਤ ਨੂੰ ਸੰਭਾਲਣ, ਪ੍ਰਫੁੱਲਿਤ ਕਰਨ ਤੇ ਹਾਸ਼ਮ ਦੀ ਯਾਦ ਨੂੰ ਸਦੀਵੀ ਬਣਾਉਣ ਦਾ ਸੁਪਨਾ ਲਿਆ ਸੀ। ਉਸ ਵੇਲੇ ਪੰਜਾਬ ਅੱਤਵਾਦ ਦੇ ਭਿਆਨਕ ਦੌਰ 'ਚੋਂ ਗੁਜ਼ਰ ਰਿਹਾ ਸੀ। ਜ਼ਿੰਦਗੀ ਦੇ ਸਾਰੇ ਸੋਚ ਸੁਆਦਾਂ 'ਚ ਅੱਤਵਾਦ ਦੀ ਹਨੇਰੀ ਨੇ ਕੁੜੱਤਣ ਭਰ ਦਿੱਤੀ ਸੀ। ਉਸ ਭਿਆਨਕ ਸਮੇਂ ਵਿੱਚ ਇਸ ਪਿੰਡ ਦੇ ਅਗਾਂਹ ਵਧੂ ਨੌਜਵਾਨਾਂ ਵੱਲੋਂ ਸਦਭਾਵਨਾ ਤੇ ਅਮੀਰ ਸੱਭਿਆਚਾਰ ਦੀ ਜੋਤ ਜਗਾਈ ਰੱਖਣ ਲਈ ਯਤਨ ਆਰੰਭੇ ਗਏ। ਇਹ ਸੁਪਨਾ 1990 ਵਿੱਚ ਸਾਕਾਰ ਹੋਇਆ, ਜਦੋਂ ਪਿੰਡ ਦੇ ਪਤਵੰਤਿਆਂ ਤੇ ਨੌਜਵਾਨਾਂ ਨੇ ਹਾਸ਼ਮ ਸ਼ਾਹ ਯਾਦਗਾਰੀ ਟਰਸਟ ਦੀ ਸਥਾਪਨਾ ਕੀਤੀ। ਇਸ ਟਰਸਟ ਦੇ 150 ਟਰਸਟੀ ਨੇ। ਟਰਸਟ ਦੇ ਬਾਨੀ ਹਰਭਜਨ ਸਿੰਘ ਗਿੱਲ ਅੱਜ ਕੱਲ੍ਹ ਇੰਗਲੈਂਡ ਦੇ ਵਾਸੀ ਨੇ। ਕੈਪਟਨ ਸੁਰਿੰਦਰ ਸਿੰਘ ਪ੍ਰਧਾਨ, ਸੁਖਬੀਰ ਸਿੰਘ ਧਾਲੀਵਾਲ ਮੀਤ ਪ੍ਰਧਾਨ, ਹਰਜੀਤ ਸਿੰਘ ਗਿੱਲ ਜਨਰਲ ਸਕੱਤਰ, ਕਸ਼ਮੀਰ ਸਿੰਘ ਗਿੱਲ ਫਾਈਨੈਂਸ ਸਕੱਤਰ, ਕਰਨਲ ਸਰਬਜੀਤ ਸਿੰਘ ਗਿੱਲ ਪ੍ਰਚਾਰ ਸਕੱਤਰ ਨੇ। ਸਰਦਾਰ ਸਵਿੰਦਰ ਸਿੰਘ ਮੁਗਲ, ਹਰਬੰਸ ਸਿੰਘ ਗਿੱਲ, ਕਰਮ ਸਿੰਘ ਢਿੱਲੋਂ, ਭਾਈ ਸਵਿੰਦਰ ਸਿੰਘ ਗਿੱਲ, ਕੈਪਟਨ ਜਰਨੈਲ ਸਿੰਘ ਗਿੱਲ ਤੇ ਦਾਤਾਰ ਸਿੰਘ ਗਿੱਲ ਟਰਸਟ ਦੀ ਮੌਜੂਦਾ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਨੇ। ਟਰਸਟ ਦੀਆਂ ਐਜੂਕੇਸ਼ਨਲ ਸੰਸਥਾਵਾਂ ਦੇ ਸਰਪ੍ਰਸਤ ਬਾਬਾ ਲੱਖਾ ਸਿੰਘ ਜੀ ਕੋਟਾ ਰਾਜਸਥਾਨ ਤੋਂ ਨੇ। ਰਾਜਵਿੰਦਰ ਸਿੰਘ ਗਿੱਲ ਲਾਲੀ, ਬਲਦੇਵ ਸਿੰਘ ਗਿੱਲ ਤੇ ਮਾਸਟਰ ਸਰਦੂਲ ਸਿੰਘ ਗਿੱਲ ਐਜੂਕੇਸ਼ਨ ਖੇਤਰ ਦੇ ਸਰਗਰਮ ਮੈਂਬਰ ਨੇ। ਟਰਸਟ ਦੇ ਹਾਸ਼ਮ ਸ਼ਾਹ ਸਪੋਰਟਸ ਕਲੱਬ ਦੇ ਮੌਜੂਦਾ ਪ੍ਰਧਾਨ ਤੇਸਾ ਸਿੰਘ, ਸਕੱਤਰ ਸੁਖਬੀਰ ਸਿੰਘ ਗਿੱਲ ਗੋਗਾ, ਸਰਬਜੀਤ ਸਿੰਘ ਗਿੱਲ ਘੈਂਟ ਖਜ਼ਾਨਚੀ, ਗੁਰਪ੍ਰੀਤ ਸਿੰਘ ਗਿੱਲ, ਭੁਪਿੰਦਰ ਸਿੰਘ ਢਿੱਲੋਂ, ਸੁਵਿੰਦਰ ਸਿੰਘ ਗਿੱਲ ਪਿੰਕਾ, ਜਸਵਿੰਦਰ ਸਿੰਘ ਗਿੱਲ ਜੁਗਨੂ, ਕਰਨਵੀਰ ਸਿੰਘ ਗਿੱਲ ਲੱਕੀ, ਲਖਬੀਰ ਸਿੰਘ ਗਿੱਲ, ਜਗਤਾਰ ਸਿੰਘ ਗਿੱਲ ਤੇ ਮਨਜੀਤ ਸਿੰਘ ਧਾਲੀਵਾਲ ਮੈਂਬਰ ਨੇ। ਟਰਸਟ ਦੀ ਇਸ ਟੀਮ ਦੀ ਅਗਵਾਈ ਕਰਨ ਲਈ ਸਲਾਹਕਾਰ ਬੋਰਡ ਵਿੱਚ ਮੇਜਰ ਜਨਰਲ ਹਿੰਮਤ ਸਿੰਘ ਗਿੱਲ, ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਸਿੰਘ ਰਖੜਾ, ਡਾਕਟਰ ਬਿਕਰਮ ਸਿੰਘ ਘੁੰਮਣ, ਤਜਿੰਦਰਪਾਲ ਸਿੰਘ ਸੰਧੂ, ਇੰਜੀਨੀਅਰ ਅਵਿਨਾਸ਼ ਮਹੇਂਦਰੂ, ਪੱਤਰਕਾਰ ਮਨਮੋਹਨ ਸਿੰਘ ਢਿੱਲੋਂ, ਐਡਵੋਕੇਟ SS ਰੰਧਾਵਾ, ਸ਼ਾਇਰ ਪਰਮਿੰਦਰਜੀਤ, ਇੰਜੀਨੀਅਰ ਗੁਰਮੇਲ ਸਿੰਘ ਬਲ, ਸੇਵਾ ਮੁਕਤ ਸੈਸ਼ਨ ਜੱਜ ਮੁਖਤਿਆਰ ਸਿੰਘ ਗਿੱਲ, ਕਮਲਜੀਤ ਸਿੰਘ ਗਿੱਲ, ਕਹਾਣੀਕਾਰ ਮੁਖਤਾਰ ਗਿੱਲ, ਬਲਵਿੰਦਰ ਸਿੰਘ ਧਾਲੀਵਾਲ ਚੇਅਰਮੈਨ ਬਲਾਕ ਸਮਿਤੀ ਸ਼ਾਮਲ ਹੈ। ਵਿਦੇਸ਼ਾਂ ਵਿੱਚ ਵਸੇ ਟਰਸਟ ਦੇ ਹਿਤੈਸ਼ੀਆਂ ਵਿੱਚ ਟਰਸਟ ਦੇ ਫਾਊਂਡਰ ਹਰਭਜਨ ਸਿੰਘ ਗਿੱਲ ਦੇ ਨਾਲ ਕਸ਼ਮੀਰ ਸਿੰਘ ਗਿੱਲ ਬਰਤਾਨੀਆ, ਕੁਲਦੀਪ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਢਿੱਲੋਂ, ਨਰਿੰਦਰ ਸਿੰਘ ਢਿੱਲੋਂ USA ਤੋਂ, ਸੁਰਜੀਤ ਸਿੰਘ ਗਿੱਲ, ਕੁਲਬੀਰ ਸਿੰਘ ਗਿੱਲ, ਹਰਜਿੰਦਰ ਸਿੰਘ ਜੌੜਾ, ਸ਼ਿੰਗਾਰਾ ਸਿੰਘ ਹਾਂਗਕਾਂਗ ਤੋਂ, ਔਰੰਗਾਬਾਦ ਮਹਾਰਾਸ਼ਟਰ ਤੋਂ ਫੌਜੀ ਅਵਤਾਰ ਸਿੰਘ ਰੰਧਾਵਾ ਜਿਹੇ ਅਨੇਕਾਂ ਹੋਰ ਇਸ ਟਰਸਟ ਦੀ ਰੂਹੇ ਰਵਾਂ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਸਾਹਿਤਕਾਰ ਡਾਕਟਰ SP ਸਿੰਘ ਨੇ ਹਾਸ਼ਮ ਸ਼ਾਹ ਯਾਦਗਾਰੀ ਟਰਸਟ ਵੱਲੋਂ ਸਾਹਿਤ, ਸਿੱਖਿਆ ਤੇ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ਹਾਸ਼ਮ ਯਾਦਗਾਰੀ ਟਰਸਟ ਦਾ ਇਹ ਯਤਨ ਕਿ ਹਾਸ਼ਮ ਸ਼ਾਹ ਦੀ ਯਾਦ ਨੂੰ ਪੁਨਰ ਸੁਰਜੀਤ ਕਰਕੇ ਨਿਰਾ ਆਮ ਲੋਕਾਂ ਤੱਕ ਹੀ ਨਹੀਂ ਬਲਕਿ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਆਪਣੇ ਆਪ ਵਿੱਚ ਬੜਾ ਸਰਾਹਣਯੋਗ ਯਤਨ ਹੈ। ਕਿਉਂਕਿ ਹਾਸ਼ਮ ਸ਼ਾਹ ਪੰਜਾਬੀ ਮੱਧਕਾਲੀ ਸਾਹਿਤ ਵਿੱਚ ਸੂਫੀ ਪਰੰਪਰਾ
ਅਤੇ ਕਿੱਸਾ ਪਰੰਪਰਾ ਦੇ ਵਿੱਚ ਇੱਕ ਸਰਮੋਰ ਸ਼ਾਇਰ ਵੀ ਨਹੀਂ ਬਲਕਿ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ। ਹਾਸ਼ਮ ਦੀ ਸੱਸੀ ਤੇ ਹਾਸ਼ਮ ਦੇ ਦੋਹੜੇ ਅੱਜ ਵੀ ਸਾਡੇ ਮਨਾਂ ਵਿੱਚ ਪ੍ਰਭਾਵ ਪਾਉਂਦੇ ਨੇ ਔਰ ਸਾਡੇ ਲਈ ਇੱਕ ਵਿਸ਼ੇਸ਼ ਤੌਰ ਦੇ ਉੱਤੇ ਉਤਸ਼ਾਹ ਦਾ ਕਾਰਨ ਵੀ ਬਣਦੇ ਨੇ। ਔਰ ਅੱਜ ਸਾਡਾ ਨੌਜਵਾਨ ਉਸ ਪੁਰਾਣੇ ਸਾਹਿਤ ਨਾਲ ਜੁੜਨ ਲਈ ਹਾਸ਼ਮ ਤੋਂ ਵੱਧ ਹੋਰ ਕਿਹਨੂੰ ਸੋਚ ਸਕਦਾ ਹੈ। ਇਹੀ ਸਭ ਤੋਂ ਵੱਡੀ ਹਾਸ਼ਮ ਦੀ ਜਿਹੜੀ ਆ ਉਹ ਪ੍ਰਾਪਤੀ ਹੈ। ਹਾਸ਼ਮ ਸ਼ਾਹ ਹੋਵੇ ਜਾਂ ਵਾਰਿਸ ਸ਼ਾਹ ਹੋਵੇ ਜਾਂ ਬੁੱਲੇ ਦੀ ਗੱਲ ਕਰਨੀ ਹੋਵੇ, ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਦਾ ਸੱਭਿਆਚਾਰ ਦਰਅਸਲ ਸੂਫੀਆਂ ਤੇ ਕਿੱਸਾਕਾਰਾਂ ਦਾ ਪੰਜਾਬ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਜੇਕਰ ਅਸੀਂ ਇਹਨਾਂ ਸ਼ਾਇਰਾਂ ਨੂੰ, ਇਹਨਾਂ ਲੋਕਾਂ ਨੂੰ ਆਪਣੇ ਵਿੱਚੋਂ ਵਿਸਾਰ ਦਈਏ ਤੇ ਸ਼ਾਇਦ ਸਮੁੱਚਾ ਪੰਜਾਬੀ ਸੱਭਿਆਚਾਰ ਹੀ ਵਿਹੂਣਾ ਹੋ ਜਾਏਗਾ। ਪੰਜਾਬੀ ਸੱਭਿਆਚਾਰ ਦੀ ਸਿਹਤਮੰਦ ਪਰੰਪਰਾ, ਪੰਜਾਬੀ ਸੱਭਿਆਚਾਰ ਦੀ ਸੰਭਾਲ, ਪੰਜਾਬੀ ਸੱਭਿਆਚਾਰ ਨੂੰ ਸਹੀ ਸੇਧ ਦੇਣ ਲਈ ਸਾਨੂੰ ਕਿੱਸਾ ਸਾਹਿਤ ਔਰ ਸੂਫੀ ਸਾਹਿਤ ਦਾ ਜਿਹੜਾ ਹੈ ਉਹ ਆਧਾਰ ਹੈ ਔਰ ਉਹ ਆਧਾਰ ਹੀ ਸਾਡਾ ਸਿਹਤਮੰਦ ਆਧਾਰ ਹੈ। ਔਰ ਮੈਨੂੰ ਖੁਸ਼ੀ ਹੈ ਕਿ ਉਸ ਆਧਾਰ ਦੇ ਵਿੱਚ ਹਾਸ਼ਮ ਸ਼ਾਹ ਜਿਹੜਾ ਇੱਕ ਅਜਿਹਾ ਸ਼ਾਇਰ ਹੈ ਜਿਹੜਾ ਕਿੱਸਾ ਸਾਹਿਤ ਵਿੱਚ ਪ੍ਰਮੁੱਖ ਸਥਾਨ ਰੱਖਦਾ ਹੈ ਆਪਣੀ ਸੱਸੀ ਦੇ ਰਾਹੀਂ ਔਰ ਇਵੇਂ ਹੀ ਦੋਹੜਿਆਂ ਰਾਹੀਂ ਉਹਦਾ ਆਪਣਾ ਇੱਕ ਸਰਵੋਤਮ ਸਥਾਨ ਹੈ। ਸੋ ਪੰਜਾਬੀ ਸੂਫੀ ਪਰੰਪਰਾ ਔਰ ਕਿੱਸਾ ਪਰੰਪਰਾ ਦਾ ਇੱਕ ਅਜਿਹਾ ਸ਼ਾਇਰ ਜਿਹੜਾ ਦੋਨਾਂ ਹੀ ਪੱਖਾਂ ਦੇ ਵਿੱਚ ਆਪਣਾ ਮਹੱਤਵ ਰੱਖਦਾ ਹੈ, ਉਸ ਬਾਰੇ ਸੋਚਣਾ, ਉਸ ਦੀ ਯਾਦ ਨੂੰ ਤਾਜ਼ਾ ਰੱਖਣਾ ਔਰ ਉਸ ਦੇ ਲੇਖਣੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਆਪਣੇ ਆਪ ਵਿੱਚ ਸਰਾਹਣਯੋਗ ਯਤਨ ਹੈ। ਟਰਸਟ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਿੱਲ ਨੇ ਟਰਸਟ ਦੀ ਸਥਾਪਨਾ ਦੇ ਉਦੇਸ਼ਾਂ ਨੂੰ ਸਪਸ਼ਟ ਕਰਦੇ ਹੋਏ ਕਿਹਾ, ਹਾਸ਼ਮ ਸ਼ਾਹ ਯਾਦਗਾਰੀ ਟਰਸਟ ਅਪ੍ਰੈਲ 1992 ਵਿੱਚ ਇੰਗਲੈਂਡ ਵਾਸਤੇ ਇਸ ਪਿੰਡ ਦੇ ਜੰਮਪਲ ਸਰਦਾਰ ਹਰਭਜਨ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਹੋਂਦ ਵਿੱਚ ਆਇਆ। ਇਹ ਨਹੀਂ ਹੈ ਕਿ ਇਸ ਪਿੰਡ ਨੇ ਇਸ ਟਰਸਟ ਦੇ ਬਣਨ ਤੋਂ ਪਹਿਲਾਂ ਹਾਸ਼ਮ ਨੂੰ ਵਿਸਾਰ ਛੱਡਿਆ ਸੀ, ਸਗੋਂ ਸਮੇਂ-ਸਮੇਂ ਪਿੰਡ ਦੇ ਨੌਜਵਾਨਾਂ ਵੱਲੋਂ ਤਰ੍ਹਾਂ ਦੇ ਉਪਰਾਲੇ ਹੁੰਦੇ ਰਹੇ। ਪਰ ਸਰਦਾਰ ਹਰਭਜਨ ਸਿੰਘ ਗਿੱਲ ਹਰਾਂ ਨੇ ਇਹ ਸਮਝਿਆ ਕਿ ਹਾਸ਼ਮ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਾਨੂੰ ਯੋਜਨਾਬੱਧ ਢੰਗ ਨਾਲ ਇੱਕ ਸੰਸਥਾ ਬਣਾਉਣੀ ਚਾਹੀਦੀ ਹੈ, ਜੋ ਕਿ ਕੁਲਦੀਪ ਸਿੰਘ ਧਾਰੀਵਾਲ ਹਰਾਂ ਦੀ ਅਗਵਾਈ ਹੇਠ ਪਿੰਡ ਦੇ ਉਤਸ਼ਾਹੀ ਨੌਜਵਾਨਾਂ ਨੇ ਮਿਲ ਕੇ ਇਸ ਨੂੰ ਰਜਿਸਟਰਡ ਕਰਾ ਕੇ ਤੇ ਇੱਕ ਟਰਸਟ ਦੇ ਰੂਪ ਵਿੱਚ ਸੰਸਥਾ ਨੂੰ ਬਣਾ ਲਿਆ। 1992 ਤੋਂ ਲੈ ਕੇ ਹੁਣ ਤੱਕ ਇਸ ਟਰਸਟ ਦੀਆਂ ਅਨੇਕਾਂ ਪ੍ਰਾਪਤੀਆਂ ਵਿੱਚੋਂ ਇੱਕ ਵਿਦਿਆ ਦੇ ਖੇਤਰ ਵਿੱਚ ਹਾਸ਼ਮ ਸ਼ਾਹ ਪਬਲਿਕ ਸਕੂਲ ਦੇ ਨਾਮ ਹੇਠ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ ਹੈ, ਜੋ ਵਿਦਿਆ ਦੇ ਮਿਆਰ ਵਿੱਚ ਪੰਜਾਬ ਦੇ ਨਾਮੀ ਸਕੂਲਾਂ ਦੇ ਬਰਾਬਰ ਖੜਦਾ ਹੈ। ਇਸ ਤੋਂ ਇਲਾਵਾ ਅਸੀਂ ਜਿਹੜੇ ਹੋਰ ਖੇਤਰ ਚੁਣੇ ਨੇ ਉਹਦੇ ਵਿੱਚ ਹਾਸ਼ਮ ਦੀ ਰਚਨਾ ਨੂੰ ਸਦੀਵੀ ਬਣਾਉਣਾ, ਉਹਦੀ ਸੰਭਾਲ ਕਰਨਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਭਰਪੂਰ ਯੋਗਦਾਨ ਦੇਣਾ, ਜਿਹਦੇ ਵਿੱਚ ਇਸ ਟਰਸਟ ਦੀ ਭੂਮਿਕਾ ਇੱਕ ਮੋਹਰੀ ਦੀ ਭੂਮਿਕਾ ਰਹੀ ਹੈ। ਅਸੀਂ ਹਰ ਵਰੇ ਹਾਸ਼ਮ ਦੀ ਯਾਦ ਵਿੱਚ ਵਿਸ਼ਵ ਪੱਧਰ ਦੇ ਸਮਾਗਮ ਕਰਾਉਂਦੇ ਰਹੇ ਹਾਂ, ਜਿਹਦੇ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੈਮੀਨਾਰ, ਪੇਂਡੂ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ, ਕਿਸਾਨੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਵੱਖ-ਵੱਖ ਖੇਤਰ ਦੇ ਮਾਹਰਾਂ ਨੂੰ ਇੱਥੇ ਸੱਦ ਕੇ ਲੋਕਾਂ ਦੇ ਰੂਬਰੂ ਕਰਾਉਂਦੇ ਰਹੇ ਹਾਂ। ਸਾਹਿਤ ਦੇ ਖੇਤਰ ਵਿੱਚ ਵੀ ਹਾਸ਼ਮ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਇਸ ਪਿੰਡ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਸ ਖੇਤਰ ਵਿੱਚ ਵੀ ਆਪਣਾ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਰਾਜ ਗਿੱਲ ਹਿਰਾਂ ਦਾ ਨਾਂ ਅਸੀਂ ਉਚੇਚੇ ਤੌਰ 'ਤੇ ਜ਼ਿਕਰ ਕਰਨਾ ਚਾਹਾਂਗੇ, ਜਿਹੜੇ ਕਿ ਪੰਜਾਬੀ ਦੇ ਨਾਲ ਅੰਗਰੇਜ਼ੀ ਸਾਹਿਤ ਦੇ ਵੀ ਇੱਕ ਅੱਛੇ ਮੰਨੇ ਪ੍ਰਮੰਨੇ ਲੇਖਕ ਹਨ। ਉਸ ਤੋਂ ਇਲਾਵਾ ਮੁਖਤਾਰ ਗਿੱਲ ਸਾਡੇ ਜਗਦੇਵ ਕਲਾਂ ਦੇ ਹੀ ਜੰਮਪਲ ਨੇ, ਉਹ ਵੀ ਇੱਕ ਅੱਛੇ ਕਹਾਣੀਕਾਰ ਅਤੇ ਪੱਤਰਕਾਰ ਨੇ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੋਸਤ ਕਲਮਜਵਾਈ ਕਰ ਲੈਂਦੇ ਆ ਅਤੇ ਕਾਲਮਨਵੀਸ ਹੈਗੇ ਨੇ। ਇਸ ਟਰਸਟ ਨੇ ਜੋ ਵੀ ਆਪਣਾ ਸੰਵਿਧਾਨ ਵਿੱਚ ਉਦੇਸ਼ ਅਤੇ ਨਿਸ਼ਾਨੇ ਮਿੱਥੇ ਨੇ, ਉਹਨਾਂ ਦੀ ਪੂਰਤੀ ਅਸੀਂ ਲਗਾਤਾਰ ਯਤਨਸ਼ੀਲ ਹਾਂ। ਅਸੀਂ ਚਾਹੁੰਦੇ ਹਾਂ ਕਿ ਭਵਿੱਖ ਵਿੱਚ ਇਹ ਟਰਸਟ ਵਿਸ਼ਵ ਪੱਧਰ ਦੀ ਇੱਕ ਸੰਸਥਾ ਬਣ ਸਕੇ, ਜਿਸ ਵਿੱਚ ਇਸ ਟਰਸਟ ਤੋਂ ਪ੍ਰੇਰਨਾ ਲੈ ਕੇ ਬਣਿਆ ਹੋਇਆ ਪਾਕਿਸਤਾਨ ਵਿਚਲਾ ਟਰਸਟ ਵੀ ਸ਼ਾਮਲ ਹੋਵੇ। ਅਤੇ ਹੁਣ ਜਿਹੜੇ 5 ਪੰਜਾਬ ਕਹੇ ਜਾਂਦੇ ਨੇ ਦੁਨੀਆ ਭਰ ਵਿੱਚ, ਜਿਹਦੇ ਵਿੱਚ ਇੰਗਲੈਂਡ, ਅਮਰੀਕਾ, ਕੈਨੇਡਾ ਸ਼ਾਮਲ ਨੇ, ਉਹਨਾਂ ਸਾਰਿਆਂ ਵਿੱਚ ਇਹਦਾ ਕੋਈ ਨਾ ਕੋਈ ਇੱਕ ਇਕਾਈ ਸਥਾਪਿਤ ਹੋਵੇ ਅਤੇ ਸਮਾਗਮ ਸਾਂਝੇ ਤੌਰ 'ਤੇ ਕਰਾਏ ਜਾਣ।
ਜਗਦੇਵ ਕਲਾਂ ਦੀ ਧਰਤ ਨੂੰ ਪਿੰਡ ਦੇ ਉਸ ਸਮਾਜਿਕ, ਭਾਈਚਾਰਕ, ਬੌਧਿਕ, ਸਾਹਿਤਕ ਤੇ ਸੰਗੀਤਕ ਮਾਹੌਲ ਨੂੰ ਸਜਦਾ ਕਰਨ ਨੂੰ ਜੀ ਕਰਦਾ ਹੈ, ਜਿਹੜਾ ਹਾਸ਼ਮ ਦੀਆਂ ਰਚਨਾਵਾਂ ਦਾ ਪ੍ਰੇਰਨਾ ਸਰੋਤ ਬਣਿਆ। ਤੇ ਸਜਦਾ ਕਰਨ ਨੂੰ ਜੀ ਕਰਦਾ ਹੈ ਇਸ ਪਿੰਡ ਦੇ ਉਹਨਾਂ ਵਸਨੀਕਾਂ ਨੂੰ ਜਿਨ੍ਹਾਂ ਪਿੰਡ ਦੀ ਵਿਰਾਸਤ ਨੂੰ ਪਛਾਣਨ ਤੇ ਉਸ ਨੂੰ ਸੰਭਾਲਣ ਲਈ ਲਹਿਰ ਦੀ ਅਗਵਾਈ ਕੀਤੀ। ਇਸ ਅਗਵਾਈ ਸਦਕਾ ਹਾਸ਼ਮ ਸ਼ਾਹ ਸਪੋਰਟਸ ਕਲੱਬ ਦੀ ਸਥਾਪਨਾ ਵੀ ਹੋਈ। ਗਿੱਲ ਸਪੋਰਟਸ ਕਲੱਬ ਦੇ ਹੋਂਦ ਵਿੱਚ ਆਉਣ ਨਾਲ ਇਹ ਨਗਰ ਮਾਝੇ ਦੀਆਂ ਖੇਡ ਸਰਗਰਮੀਆਂ ਦਾ ਕੇਂਦਰ ਬਣ ਗਿਆ। ਇਸ ਮਹੱਤਵਪੂਰਨ ਪਰ ਆਰਥਿਕ ਤੇ ਵਿਦਿਅਕ ਪੱਖੋਂ ਪਛੜੇ ਹੋਏ ਇਸ ਇਲਾਕੇ ਦੀ ਤਕਦੀਰ ਬਦਲ ਦੇਣ ਲਈ ਹਾਸ਼ਮ ਸ਼ਾਹ ਪਬਲਿਕ ਸਕੂਲ ਦੀ ਸਥਾਪਨਾ 1992 'ਚ ਕੀਤੀ ਗਈ। ਸਕੂਲ ਅੱਜ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਦਾ ਹੋਇਆ ਡਿਗਰੀ ਕਾਲਜ ਬਣ ਚੁੱਕਾ ਹੈ ਤੇ ਪੰਜਾਬ ਦੇ ਮਿਆਰੀ ਵਿਦਿਅਕ ਅਦਾਰਿਆਂ 'ਚ ਸ਼ੁਮਾਰ ਹੈ। ਟਰਸਟ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰੇ ਹਾਸ਼ਮ ਸ਼ਾਹ ਪਬਲਿਕ ਸਕੂਲ ਤੇ ਹਾਸ਼ਮ ਸ਼ਾਹ ਕਾਲਜ ਫਾਰ ਵੂਮਨ ਵਿੱਚ ਆਧੁਨਿਕ ਸਮੇਂ ਦੇ ਹਾਣ ਦੀ ਵਿੱਦਿਆ ਦਾ ਪ੍ਰਬੰਧ ਹੈ। ਇਹਨਾਂ ਸੰਸਥਾਵਾਂ ਵਿੱਚ ਵਿਦਿਆਰਥੀ ਸਿਰਫ ਕਿਤਾਬੀ ਗਿਆਨ ਹੀ ਹਾਸਲ ਨਹੀਂ ਕਰਦੇ, ਸਗੋਂ ਆਧੁਨਿਕ ਪ੍ਰਯੋਗਸ਼ਾਲਾ ਵਿੱਚ ਤਜਰਬੇਕਾਰ ਅਧਿਆਪਕਾਂ ਪਾਸੋਂ ਸਾਇੰਸ ਦੇ ਵਿਸ਼ੇ ਵਿੱਚ ਤਜਰਬੇ ਕਰਕੇ ਵਿਗਿਆਨ ਦੇ ਰੂਬਰੂ ਹੁੰਦੇ ਹੈ। ਆਧੁਨਿਕ ਯੁੱਗ ਤੇ ਸਾਇੰਸ ਦੀ ਅਹਿਮ ਪ੍ਰਾਪਤੀ ਤੇ ਮਨੁੱਖ ਦੀ ਲੋੜ ਬਣ ਚੁੱਕੇ ਕੰਪਿਊਟਰ ਬਾਰੇ ਜਾਣਕਾਰੀ ਦੇਣ ਲਈ ਉਚੇਚਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਸਹਿਯੋਗ ਨਾਲ ਹਾਸ਼ਮ ਸ਼ਾਹ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ ਗਈ ਹੈ। ਹਾਸ਼ਮ ਸ਼ਾਹ ਯਾਦਗਾਰੀ ਟਰਸਟ ਦੇ ਸਮੁੱਚੇ ਕੰਪਲੈਕਸ ਦਾ ਵਾਤਾਵਰਣ ਅਜੋਕੀਆਂ ਜਨ ਸਿਹਤ ਸੇਵਾਵਾਂ ਨਾਲ ਲੈਸ ਹੈ, ਜਿਸ ਵਿੱਚ ਸਾਫ਼ ਸੁਥਰੇ ਪਖਾਨੇ, ਵਧੀਆ ਸੀਵਰੇਜ ਸਿਸਟਮ ਤੇ ਪੀਣ ਵਾਲੇ ਠੰਡੇ ਤੇ ਸਵੱਛ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੈ। ਵਿਦਿਅਕ ਸੰਸਥਾਵਾਂ ਦਾ ਸਟਾਫ ਸਿਰਫ ਡਿਗਰੀਆਂ ਨਾਲ ਹੀ ਲੈਸ ਨਹੀਂ, ਸਗੋਂ ਨਿਸ਼ਠਾ, ਇਮਾਨਦਾਰੀ, ਦਿਆਨਤਦਾਰੀ ਤੇ ਅਧਿਆਪਨ ਦੇ ਸੱਚੇ ਗੁਣਾਂ ਦੀ ਤਰਜਮਾਨੀ ਕਰਦਾ ਹੈ। ਹਾਸ਼ਮ ਸ਼ਾਹ ਯਾਦਗਾਰੀ ਟਰਸਟ ਵੱਲੋਂ ਨਿਰੋਏ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਤੇ ਹਾਸ਼ਮ ਦੀ ਯਾਦ ਨੂੰ ਸਦੀਵੀ ਬਣਾਉਣ ਖਾਤਰ ਹਰ ਵਰੇ ਵੱਡੀ ਪੱਧਰ ਤੇ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ। ਪੜ ਪੜ ਆਲਮ ਫਾਜ਼ਿਲ ਹੋਇਓ, ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆਈ ਨਹੀਂ। ਜਾ ਜਾ ਵੜਦਾ ਮੰਦਰ ਮਸੀਤੀ, ਜਾ ਜਾ ਵੜਦਾ ਮੰਦਰ ਮਸੀਤੀ, ਕਦੇ ਆਪਣੇ ਅੰਦਰ ਤੂੰ ਵੜਿਆਈ ਨਹੀਂ। ਐ ਬੇਰੋਜ਼ ਸ਼ੈਤਾਨ ਨਾਲ ਲੜਦਾ, ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਉਹ ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਪੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। Thank you.
ਕੁੜਤਾ ਪਜਾਮਾ ਉੱਤੇ ਲਾਲ ਜੈਕਟ ਨਾ ਲਾਲ ਪੱਗ ਨਾ ਸਹੁਰਿਆਂ ਤੋਂ ਐ ਮਰ ਜਾਣਿਆ। ਉਹ ਸਾਰਿਆਂ ਤੋਂ ਕਾਹਨੂੰ, ਮੈਂ ਤਾਂ ਸਿੱਧਾ ਅਮਰੀਕਾ ਤੋਂ ਤੁਰਿਆ ਆ। ਅੱਛਾ ਅੱਛਾ, ਨਾ ਤੂੰ ਅਮਰੀਕਾ ਕੀ ਕਰਨ ਚਲੇ ਗਿਆ? ਉੱਥੇ ਮੈਂ ਗੋਰੀਆਂ ਦੇ ਸੁੰਦਰਤਾ ਮੁਕਾਬਲੇ 'ਚ ਹਿੱਸਾ ਲੈ ਕੇ ਤੇ ਅੰਮ੍ਰਿਤਸਰ ਜੇਰਾ ਨਸਲਾ ਹਾਰਦੀ ਏ, ਇੱਕ ਸ਼ੌਕ ਦਾ ਗੇੜਾ ਨਸਲਾ ਹਾਰਦੀ ਏ, ਇੱਕ ਸ਼ੌਕ ਦਾ ਗੇੜਾ ਨਸਲਾ ਹਾਰਦੀ ਏ। ਬਾਂਸ ਦੀ ਕੋਠੇ ਨੂੰ ਲਾ ਕੇ ਮਿੱਤਰਾਂ ਮੈਂ ਛੰਨ ਛੰਨ ਆਉਂ ਚੜਦੀ, ਆਪ ਕਾਰ ਕੇ ਚੁੱਲ੍ਹੇ ਦੇ ਮੂਹਰੇ ਬੈਠ ਕੇ ਮੈਂ ਦੁੱਧ ਦੀ ਲਿਆਉਂ ਗੜਵੀ। ਪਾਣੀ ਬਾਂਸ ਦੀ ਕੋਠੇ ਨੂੰ ਲਾ ਕੇ ਮਿੱਤਰਾਂ ਮੈਂ ਛੰਨ ਛੰਨ ਆਉਂ ਚੜਦੀ। ਕੱਲੀ ਨੂੰ ਮੇਰੇ ਮਿੱਤਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ। ਕੱਲੀ ਨੂੰ ਮੇਰੇ ਮਿੱਤਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ। ਜਦ ਕਦ ਆਈ ਵਿਸਾਖੀ ਉਹ ਕਦ ਕਰ ਖੇ ਪੀਂਦਾ ਪਾਈਆਂ ਮੇਰੇ ਕੱਲੀਆਂ ਮੇਰੇ ਕੱਲੀਆਂ ਨਰਦ ਪਰ ਜਾਈਆਂ ਮੇਰੇ ਆਈਆਂ ਨਰਦ ਪਰ ਜਾਈਆਂ। ਕੀ ਬਰਸਾਤ ਕਰਨੀ ਰੀਸ ਦਰਿਆਵਾਂ ਦੀ, ਮੁਲਕ ਮੇਰੇ ਦੀਆਂ ਠੰਡੀਆਂ ਮਿੱਠੀਆਂ ਛਾਵਾਂ ਦੀ, ਦੁਨੀਆ ਦੀ ਹਰ ਸ਼ੈ ਤੋਂ ਮਹਿੰਗੇ ਰਤਨਾਂ ਨੂੰ ਮੈਂ ਨਿੱਤ ਉੱਠ ਕੇ ਤੈਨੂੰ ਯਾਦ ਕਰਾਂ ਵੀਰਾ। ਹਾੜਾ ਉਸ ਖੁਦਾ ਦਾ ਨਾ ਵਤਨ ਭੁਲਾ ਵੀਰਾ, ਵੀਰ ਨਾ ਹਾੜਾ ਉਸ ਖੁਦਾ ਦਾ ਨਾ ਵਤਨ ਭੁਲਾ। ਅੱਜ ਹਾਸ਼ਮ ਸ਼ਾਹ ਦਾ ਇਹ ਪਿੰਡ ਪੰਜਾਬ ਦੇ ਅਨੇਕਾਂ ਹੋਰ ਪਿੰਡਾਂ ਵਾਂਗ ਆਧੁਨਿਕ ਸਹੂਲਤਾਂ ਨਾਲ ਲੈਸ ਹੈ। 18 ਫੁੱਟ ਚੌੜੀ ਸੜਕ ਇਸ ਪਿੰਡ ਨੂੰ ਅੰਮ੍ਰਿਤਸਰ ਸ਼ਹਿਰ ਨਾਲ ਜੋੜਦੀ ਹੈ। ਇਸ ਪਿੰਡ ਵਿੱਚ ਟਰਸਟ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕੀਆਂ ਦਾ ਵੱਖਰਾ ਮਿਡਲ ਸਕੂਲ ਤੇ 2 ਪ੍ਰਾਇਮਰੀ ਸਕੂਲ ਚੱਲ ਰਹੇ ਨੇ। ਪਿੰਡ ਵਿੱਚ ਟੈਲੀਫੋਨ ਐਕਸਚੇਂਜ, ਪਟਵਾਰਖਾਨਾ, ਪ੍ਰਾਇਮਰੀ ਹੈਲਥ ਸੈਂਟਰ, ਪਸ਼ੂ ਹਸਪਤਾਲ, ਖੇਡ ਸਟੇਡੀਅਮ, ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਤੇ ਕਮਿਊਨਿਟੀ ਸੈਂਟਰ ਸਥਿਤ ਨੇ। ਮਜ਼ਹਬ ਦੇ ਨਾਂ ਤੇ ਧਰਤੀ ਵੰਡੀ ਗਈ ਸੀ, ਪਰ ਇੱਧਰ ਵੀ ਤੇ ਉੱਧਰ ਵੀ ਹਾਸ਼ਮ ਅੱਜ ਵੀ ਦੋਹਾਂ ਪੰਜਾਬਾਂ ਦਾ ਸਾਂਝਾ ਹੈ। ਹਾਸ਼ਮ ਸਮੁੱਚੇ ਭਾਈਚਾਰੇ ਦੀ ਮਾਣਮੱਤੀ ਵਿਰਾਸਤ ਦਾ ਹੀਰਾ ਹੈ। ਜਗਦੇਵ ਕਲਾਂ ਦੀ ਇਹ ਇਤਿਹਾਸਕ ਧਰਤੀ ਅੱਜ ਵੀ ਹਾਸ਼ਮ ਨੂੰ ਆਪਣੀ ਬੁੱਕਲ 'ਚ ਸਮੋਈ ਬੈਠੀ ਹੈ ਤੇ ਬੜੇ ਮਾਣ ਨਾਲ ਕਹਿੰਦੀ ਹੈ, ਮੈਂ ਉਸ ਦੀ ਖੁਸ਼ਬੂ ਤੇ ਮੁਹੱਬਤਾਂ ਦੇ ਪੈਗਾਮ ਨੂੰ ਸਮੁੱਚੇ ਜਗਤ 'ਚ ਖਿਲਾਰ ਰਹੀ ਹਾਂ, ਵੰਡ ਰਹੀ ਹਾਂ।